ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਜੋਗਰਾਫੀ ਦਾ ਪਾਰਟ 3 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਜੋਗਰਾਫੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਉਹ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ 2 ਪਾਰਟ ਜੋਗਰਾਫੀ ਦੇ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀ ਕੇ, ਮਾਡਰਨ ਹਿਸਟਰੀ, ਪੋਲਿਟੀ ਅਤੇ ਜੋਗਰਾਫੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਚੈਨਲ ਦੇ ਨਾਲ ਜੁੜੇ ਰਹੋ, ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਇਹ ਜਿਹੜੀਆਂ ਆਪਣੀਆਂ ਜੋਗਰਾਫੀ ਦੀਆਂ ਕਲਾਸ ਨੇ, ਇਹ PS ਟੈਟ ਦੇ ਲਈ ਤਾਂ ਇੰਪੋਰਟੈਂਟ ਹੈਗੀਆਂ ਅਤੇ ਬਾਕੀ ਵੀ ਜਿੰਨੇ ਤੁਹਾਡੇ ਐਗਜ਼ਾਮ ਨੇ ਪੰਜਾਬ ਲੈਵਲ ਦੇ ਜਾਂ ਇੰਡੀਆ ਲੈਵਲ ਦੇ, ਉਹਨਾਂ ਲਈ ਵੀ ਇਹ ਬਹੁਤ ਇੰਪੋਰਟੈਂਟ ਵੀਡੀਓ ਨੇ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ, ਕਿਉਂਕਿ ਆਪਾਂ ਇਹਨਾਂ ਵਿੱਚੋਂ ਸਿਲੈਕਟਡ ਕੁਐਸਚਨ ਹੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਫਾਲਤੂ ਕੰਟੈਂਟ ਤੁਹਾਡੇ ਨਾਲ ਡਿਸਕਸ ਨਹੀਂ ਕਰਦੇ। ਤਾਂ ਅੱਜ ਦੀ ਕਲਾਸ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਤਾਂ ਸਟਾਰਟ ਕਰਦੇ ਆਪਣੀ ਕਲਾਸ ਅੱਜ ਦੇ ਪਹਿਲੇ ਕੁਐਸਚਨ ਤੋਂ। ਪਹਿਲਾ ਜਿਹੜਾ ਕੁਐਸਚਨ ਹੈ, ਨਾਗਾਲੈਂਡ ਦੀ ਰਾਜਧਾਨੀ ਕਿਹੜੀ ਹੈ? ਵਿਚ ਇਜ਼ ਦੀ ਕੈਪੀਟਲ ਆਫ ਨਾਗਾਲੈਂਡ। ਤਾਂ ਜਿਹੜੇ ਪਹਿਲੇ 7 ਕੁਐਸਚਨ ਨੇ ਉਹ ਆਪਾਂ 7 ਸਿਸਟਰਸ ਦੇ ਵਿੱਚ ਰੱਖੇ ਨੇ। 7 ਸਿਸਟਰ ਦਾ ਕੀ ਮਤਲਬ ਹੈ? ਜਿਹੜੇ ਆਪਣੇ ਨਾਰਥ ਈਸਟ ਦੇ 7 ਸਟੇਟ ਨੇ, ਉਹਨਾਂ ਨੂੰ 7 ਸਿਸਟਰ ਦਾ ਨਾਂ ਦਿੱਤਾ ਗਿਆ। ਤਾਂ ਇਹ ਤੁਹਾਨੂੰ 7 ਸਟੇਟ ਵੀ ਪਤਾ ਹੋਣੇ ਚਾਹੀਦੇ ਨੇ ਕਿ ਕਿਹੜੇ ਸਟੇਟ ਹੈ ਜਿਹੜੇ ਉਹ 7 ਸਿਸਟਰ ਦਾ ਪਾਰਟ ਨੇ, ਅਤੇ ਇਹਨਾਂ ਦੀ ਰਾਜਧਾਨੀ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕੁਐਸਚਨ ਨੇ ਜਿਹੜੇ ਉਹ ਬਹੁਤ ਵਾਰ SSC ਦੇ, ਇੰਡੀਆ ਲੈਵਲ ਦੇ, ਪੰਜਾਬ ਲੈਵਲ ਦੇ ਪੇਪਰਾਂ ਦੇ ਵਿੱਚ ਰਿਪੀਟ ਹੋਏ ਕੁਐਸਚਨ ਨੇ। ਠੀਕ ਹੈ ਜੀ, ਜਿਹੜੇ ਵਾਰ-ਵਾਰ ਪੁੱਛੇ ਜਾਂਦੇ ਨੇ ਅਤੇ ਇਹ ਕੁਐਸਚਨ ਆਪਾਂ ਭੁੱਲ ਜਾਂਦੇ ਹਾਂ ਇਹਨਾਂ ਦੀ ਕੈਪੀਟਲ। ਠੀਕ ਹੈ, ਤਾਂ ਇਹ ਜਿਹੜੇ 7 ਸਿਸਟਰ ਨੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਇਹਨਾਂ ਦੀ ਕੈਪੀਟਲ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ। ਤਾਂ ਨਾਗਾਲੈਂਡ ਦੀ ਰਾਜਧਾਨੀ ਕਿਹੜੀ ਹੈ? ਕੋਹਿਮਾ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਕੋਹਿਮਾ। ਠੀਕ ਹੈ ਜੀ, ਨਾਗਾਲੈਂਡ ਦੀ ਰਾਜਧਾਨੀ ਦਾ ਨਾਂ ਕੀ ਹੈ? ਕੋਹਿਮਾ। ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਸਟੇਟ ਹੈ ਉਹ ਹੈ ਮਨੀਪੁਰ। ਮਨੀਪੁਰ ਦੀ ਰਾਜਧਾਨੀ ਕਿਹੜੀ ਹੈ? ਵਿਚ ਇਜ਼ ਦੀ ਕੈਪੀਟਲ ਆਫ ਮਨੀਪੁਰ? ਕੋਹਿਮਾ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਤਾਂ ਇਹ 7 ਸਿਸਟਰ ਦੇ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਕਈ ਵਾਰੀ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਇਹਨਾਂ ਵਿੱਚੋਂ ਕਿਹੜਾ 7 ਸਿਸਟਰ ਦਾ ਪਾਰਟ ਨਹੀਂ ਹੈ। ਠੀਕ ਹੈ, 7 ਸਿਸਟਰ ਨਾਰਥ ਈਸਟ ਦੇ ਸਟੇਟਸ ਨੂੰ ਕਿਹਾ ਜਾਂਦਾ। 7 ਸਟੇਟ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਅਤੇ ਇਹਨਾਂ ਦੀ ਰਾਜਧਾਨੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਮਨੀਪੁਰ ਦੀ ਰਾਜਧਾਨੀ ਕਿਹੜੀ ਹੈ? ਕੋਹਿਮਾ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਇਹੋ ਜਿਹੇ ਤੁਹਾਨੂੰ ਉੱਥੇ ਆਪਸ਼ਨ ਮਿਲਣਗੇ ਪੇਪਰ ਦੇ ਵਿੱਚ। ਤਾਂ ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਇਹ 7 ਸਿਸਟਰ ਦੇ ਵਿੱਚ। ਠੀਕ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਨੀਪੁਰ ਦੀ ਰਾਜਧਾਨੀ ਕਿਹੜੀ ਹੈ? ਆਨਸਰ ਨੰਬਰ 4 ਇੰਫਾਲ। ਠੀਕ ਹੈ ਜੀ, ਤਾਂ ਮਨੀਪੁਰ ਦੀ ਰਾਜਧਾਨੀ ਦਾ ਕੀ ਨਾਂ ਹੈ? ਇੰਫਾਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਤ੍ਰਿਪੁਰਾ ਦੀ ਰਾਜਧਾਨੀ ਕਿਹੜੀ ਹੈ? ਇਹ ਵੀ 7 ਸਿਸਟਰ ਦਾ ਇੱਕ ਪਾਰਟ ਹੈ। ਵਿਚ ਇਜ਼ ਦੀ ਕੈਪੀਟਲ ਆਫ ਤ੍ਰਿਪੁਰਾ? ਕੋਹਿਮਾ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਇਹ ਰਾਜਧਾਨੀ ਚੰਗੀ ਤਰ੍ਹਾਂ ਯਾਦ ਕਰ ਲਿਓ, ਵੀਡੀਓ ਨੂੰ 2-3 ਵਾਰ ਦੇਖ ਕੇ ਇਹਨਾਂ ਨੂੰ ਰਿਵਾਈਜ਼ ਕਰ ਲਿਓ। ਇਹਨਾਂ 'ਚੋਂ ਇੱਕ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ ਜੋਗਰਾਫੀ ਦੇ ਵਿੱਚੋਂ। ਠੀਕ ਹੈ ਜੀ, ਕਿਉਂਕਿ ਜੋਗਰਾਫੀ ਦਾ ਇਹ ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਅਗਰਤਾਲਾ। ਠੀਕ ਹੈ ਜੀ, ਤਾਂ ਤ੍ਰਿਪੁਰਾ ਦੀ ਰਾਜਧਾਨੀ ਦਾ ਕੀ ਨਾਂ ਹੈ? ਅਗਰਤਾਲਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਸਟੇਟ ਹੈ ਉਹ ਹੈ ਅਸਮ। ਅਸਾਮ ਦੀ ਰਾਜਧਾਨੀ ਕਿਹੜੀ ਹੈ? ਵਿਚ ਇਜ਼ ਦੀ ਕੈਪੀਟਲ ਆਫ ਅਸਮ? ਕੋਹਿਮਾ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਤਾਂ ਇੱਕ ਸਟੇਟ ਬਾਰੇ, ਇੱਕ ਸਟੇਟ ਦੀ ਰਾਜਧਾਨੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ 7 ਸਿਸਟਰ ਦੀ ਰਾਜਧਾਨੀਆਂ ਤਾਂ ਖਾਸ ਕਰਕੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਦਿਸਪੁਰ। ਠੀਕ ਹੈ ਜੀ, ਤਾਂ ਅਸਮ ਦੀ ਰਾਜਧਾਨੀ ਦਾ ਕੀ ਨਾਂ ਹੈ? ਦਿਸਪੁਰ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਸਟੇਟ ਹੈ ਮੇਘਾਲਿਆ, ਇਹ ਵੀ 7 ਸਿਸਟਰ ਦਾ ਇੱਕ ਪਾਰਟ ਹੈ। ਮੇਘਾਲਿਆ ਦੀ ਰਾਜਧਾਨੀ ਕਿਹੜੀ ਹੈ? ਵਿਚ ਇਜ਼ ਦੀ ਕੈਪੀਟਲ ਆਫ ਮੇਘਾਲਿਆ? ਸ਼ਿਲੌਂਗ, ਦਿਸਪੁਰ, ਅਗਰਤਾਲਾ ਜਾਂ ਇੰਫਾਲ? ਤਾਂ ਆਪਾਂ ਉਹ ਕੁਐਸਚਨ ਹੀ ਤੁਹਾਡੇ ਅੱਗੇ ਰੱਖਦੇ ਹਾਂ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੁੰਦੇ ਨੇ, ਵਾਰ-ਵਾਰ ਪੁੱਛੇ ਜਾਂਦੇ ਨੇ। ਫਾਲਤੂ ਕੰਟੈਂਟ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ, ਕਿਉਂਕਿ ਟਾਈਮ ਦੀ ਬਹੁਤ ਘਾਟ ਹੈ, ਟਾਈਮ ਆਪਣੇ ਲਈ ਬਹੁਤ ਘੱਟ ਹੈ ਆਪਣੇ ਕੋਲ। ਠੀਕ ਹੈ, ਤਾਂ ਉਹ ਕੁਐਸਚਨ ਹੀ ਤੁਸੀਂ ਪੜ੍ਹੋ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ। ਠੀਕ ਹੈ ਜੀ, ਤਾਂ ਮੇਘਾਲਿਆ ਦੀ ਰਾਜਧਾਨੀ
इस क्वेश्चन का जोड़ा आंसर है आंसर नंबर 1 शिलोंग। ठीक है जी। तो मेघालय की राजधानी का की नाम है शिलोंग। तो इन्हू चंगी तरह रट लियो, ये जो राजधानियां ने 7 स्टेट्स दी। ठीक है। अगला जो अपना क्वेश्चन है अरुणाचल प्रदेश की राजधानी किहड़ी है। तो विच इज़ दी कैपीटल ऑफ अरुणाचल प्रदेश। ईटानगर, दिसपुर, अगरतला या इंफाल। अरुणाचल प्रदेश तुहानूं पता है कि अपने बिल्कुल ईस्ट से जोड़ा स्टेट पैंदा वो पैंदा अरुणाचल प्रदेश। तो ये नॉर्थ ईस्ट की सारे स्टेट ने 7 स्टेट ने। ठीक है जी। इन्होंने 7 सिस्टर कहा जाता, एक दूजे नाल जुड़े हुए हैं। ठीक है। नेड़े नेड़े इन्हां दीयां बाउंड्रीज ने। तो अरुणाचल प्रदेश की जिहड़ी राजधानी किहड़ी है ये तुहानूं पता होनी चाहिए है। तो इस क्वेश्चन का जोड़ा आंसर है आंसर नंबर 1 ईटानगर। ठीक है जी। ईटानगर है जिहड़ी अरुणाचल प्रदेश की राजधानी है। अगला जो अपना क्वेश्चन है मिजोरम की राजधानी किहड़ी है। विच इज़ दी कैपीटल ऑफ मिजोरम। ये भी 7 स्टेट का एक पार्ट है। ठीक है जी। ईटानगर, दिसपुर, अगरतला या ऐजवाल। इन्हां दे नाम तो इन्हां दी राजधानी चंगी तरह याद कर लियो। मैं वार वार तुहानूं ये गल कह रहा क्योंकि ये बहुत इंपॉर्टेंट पार्ट है जोग्राफी का। ये क्वेश्चन बनने की पूरी पूरी संभावना है तुहानूं। तो मिजोरम की जी राजधानी है वह है ऐजवाल। ठीक है। तुहानूं पता होना चाहिए। ये अपने 7 स्टेट है जो आप 7 क्वेश्चनों के पूरे कर ले। 7 स्टेट्स तो इन्हों की राजधानी। ठीक है जी। तो इन्हूं चंगी तरह तुसीं नोट्स बना लियो, इन्हूं वधिया तरीके नाल याद कर लियो। ठीक है। तो अगला जो अपना क्वेश्चन है वह दिन ते रात किवें बनते हैं। डे एंड नाइट्स आर फॉर्म ड्यू टू रोटेशन ऑफ अर्थ, रेवोल्यूशन ऑफ अर्थ, रोटेशन ऑफ सन या ऑल ऑफ दी अबव। दिन ते रात किवें बनते हैं। ठीक है जी। तो इस क्वेश्चन का जोड़ा आंसर है आंसर नंबर 1 रोटेशन ऑफ अर्थ। रोटेशन ऑफ अर्थ का की मतलब है कि धरती अपने धुरे दुआले घूमती है। एक तो धरती है जी सूरज के दुआले घूमती है, जी 365 से 1/4 दिनों के अपना एक चक्कर पूरा करती है। तो इत्थे उहदी गल नहीं हुई, इत्थे धरती जी अपने धुरे दुआले घूमती है। ठीक है जी। तो धरती जी रोज़ अपने धुरे दुआले घूम रही है, जिहदे कारण अपने दिन ते रात बन रहे हैं। तो उहनूं आपां की कह रहे हैं, तो उहनूं आपां कह सकते हैं रोटेशन ऑफ अर्थ। ठीक है जी। तो की कह सकते हैं उहनूं आपां रोटेशन ऑफ अर्थ। तो रेवोल्यूशन नहीं इहनूं आपां कह सकते, इहनूं आपां रोटेशन कहांगे क्योंकि इत्थे धरती अपने धुरे दुआले घूम रही है। ठीक है। ना कि सूरज दुआले घूम रही है। ठीक है। तो जिहड़े अपने दिन ते रात बनते हैं वो काहदे कारण बनते हैं, रोटेशन ऑफ अर्थ के कारण बनते। तो ऑप्शन नंबर 1 इसका आंसर है धरती अपने धुरे दुआले घूमती है। ठीक है जी। तुहानूं पता होना चाहिए। अगला जो अपना क्वेश्चन है रुत्तां किवें बनदियां। सीजनस आर फॉर्म ड्यू टू रोटेशन ऑफ अर्थ, रेवोल्यूशन ऑफ अर्थ, रोटेशन ऑफ सन या ऑल ऑफ दी अबव। जिहड़े अपने सीजनस बनते हैं। ठीक है। गर्मी, सर्दी, पतझड़ ते बसंत। ठीक है। तो ये जिहड़ियां अपनियां 4 रुत्तां ने, तो इहदा बनने का की कारण है। रोटेशन तो आपां पहलां करके गए। रोटेशन के नाल की बनता है दिन ते रात। ठीक है जी। धरती जो अपने धुरे दुआले ही घूम रही है तो उदों की बनणगे दिन ते रात बनणगे, बट रुत्तां नहीं उदों बनदियां। तो रुत्तां कदों बनणगियां। तो इस क्वेश्चन का जो आंसर है आंसर नंबर 2 रेवोल्यूशन ऑफ अर्थ। ठीक है। ये 2 टर्म्स तुसीं चंगी तरह याद कर लियो, बहुत इंपॉर्टेंट ने। रोटेशन ऑफ अर्थ के नाल की बनता है दिन ते रात। उन्होंने आपां की कहने जो धरती अपने धुरे दुआले घूमती है तो उन्होंने की कहना रोटेशन ऑफ अर्थ। तो जो धरती सूरज के दुआले घूमती है। ठीक है। तुहानूं मैं नीचे मैंशन भी किया धरती सूरज दुआले घूमती है तो उन्होंने आपां की कहना रेवोल्यूशन ऑफ अर्थ कहने। ठीक है। तो जो रेवोल्यूशन ऑफ अर्थ है तो यदा मतलब की है कि धरती सूरज के दुआले घूम रही है। जो वो 365 से 1/4 दिनों के अपना एक चक्कर पूरा करती है तो उन्होंने आपां की कहना रेवोल्यूशन ऑफ अर्थ कहने। ठीक है। ये 2 टर्म्स नूं चंगी तरह याद कर लो, जोग्राफी दी टर्म्स ने। ठीक है। तो रोटेशन ऑफ अर्थ धरती अपने धुरे दुआले तो रेवोल्यूशन ऑफ अर्थ धरती सूरज दुआले। तो जो धरती सूरज के दुआले घूमूगी तो अपनियां रुत्तां बनणगियां। ठीक है। तुसीं याद रखना। तो इस क्वेश्चन का जो आंसर है आंसर नंबर 2। अगला जो अपना क्वेश्चन है वह कालाहारी मारूथल किहड़े महाद्वीप विच है। कालाहारी डेजर्ट लोकेटेड इन विच कॉन्टीनेंट। एशिया, अफ्रीका, अंटार्कटिका या आस्ट्रेलिया। ये क्वेश्चन बहुत बार रिपीट होया हुआ क्वेश्चन है। कालाहारी मारूथल किहड़े महाद्वीप विच है। आपां जिहड़े मारूथल ने, रिवर्स ने, माउंटेन्स ने, सारे टॉपिक जित्थों जित्थों क्वेश्चन बनता है वो आपां सारे कवर करांगे। तो जोग्राफी का अपना सैशन एक भी मिस ना करो तुसीं, तुहाडे लई बहुत इंपॉर्टेंट सैशनस ने ये। तो इस क्वेश्चन का जो आंसर है आंसर नंबर 2 अफ्रीका दे विच है। ठीक है जी। जो कालाहारी मारूथल है ये कित्थे है, अफ्रीका दे विच। तुहानूं पता होना चाहिए, बहुत इंपॉर्टेंट क्वेश्चन है। अगला जो अपना क्वेश्चन है इन्हां विचों किहड़ी नदी पच्छम वल वगदी है। विच ऑफ दी फॉलोइंग रिवर इज़ वैसट फ्लोइंग।
ਕੁਛ ਨਦੀਆਂ ਆਪਣੀਆਂ ਈਸਟ ਫਲੋਇੰਗ ਨੇ, ਕੁਛ ਨਦੀਆਂ ਆਪਣੀਆਂ ਵੈਸਟ ਫਲੋਇੰਗ ਨੇ। ਜਿਹੜੀਆਂ ਨਦੀਆਂ ਆਪਣੀਆਂ ਵੈਸਟ ਫਲੋਇੰਗ ਨੇ ਉਹ ਆਪਣੀਆਂ ਅਰੇਬੀਅਨ ਸੀ ਦੇ ਵਿੱਚ ਜਾ ਕੇ ਡਿੱਗਦੀਆਂ ਨੇ, ਠੀਕ ਹੈ ਜੀ, ਅਰਬ ਸਾਗਰ ਦੇ ਵਿੱਚ। ਜਿਹੜੀਆਂ ਨਦੀਆਂ ਆਪਣੀਆਂ ਈਸਟ ਫਲੋਇੰਗ ਨੇ ਉਹ ਆਪਣੀਆਂ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀਆਂ ਨੇ, ਜਿਹਨੂੰ ਆਪਾਂ ਬੰਗਾਲ ਦੀ ਖਾੜੀ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਨਦੀਆਂ ਬਾਰੇ ਜਿਹੜੇ ਕੁਐਸਚਨ ਨੇ ਇਹ ਤੁਹਾਨੂੰ ਆਉਂਦੇ ਰਹਿਣਗੇ ਹਰ ਇੱਕ ਸੈਸ਼ਨ ਦੇ ਵਿੱਚ, ਠੀਕ ਹੈ ਜੀ। ਜਿੰਨੇ ਵੀ ਇੰਪੋਰਟੈਂਟ ਨੇ, ਜਿਹੜੇ ਪੁੱਛੇ ਗਏ ਨੇ ਅਤੇ ਜਿਹੜੇ ਤੁਹਾਨੂੰ ਪੁੱਛਣ ਦੀ ਪੂਰੀ ਸੰਭਾਵਨਾ ਹੈ, ਉਹ ਆਪਾਂ ਸਾਰੇ ਨਦੀਆਂ ਵਾਲੇ, ਮਾਊਂਟੇਨਸ ਵਾਲੇ, ਮਾਰੂਥਲਾਂ ਵਾਲੇ ਸਾਰੇ ਕੁਐਸਚਨ ਆਪਾਂ ਜੋਗ੍ਰਾਫੀ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਵੈਸਟ ਫਲੋਇੰਗ ਰਿਵਰ ਇਹਨਾਂ 'ਚੋਂ ਕਿਹੜੀ ਹੈ? ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਜਾਂ ਨਰਮਦਾ। ਇਹ ਟੌਪਿਕ ਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਨਰਮਦਾ, ਠੀਕ ਹੈ। ਨਰਮਦਾ ਨਦੀ ਵੈਸਟ ਫਲੋਇੰਗ ਹੈ, ਬਾਕੀ ਇਹ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਇਹ ਸਾਰੀਆਂ ਈਸਟ ਫਲੋਇੰਗ ਨੇ, ਠੀਕ ਹੈ ਜੀ। ਤਾਂ ਜਿਹੜੀ ਵੈਸਟ ਫਲੋਇੰਗ ਰਿਵਰ ਮੈਂ ਨੀਚੇ ਮੈਂਸ਼ਨ ਕੀਤੇ ਹੋਏ ਕਿ ਕਿਹੜੀਆਂ ਕਿਹੜੀਆਂ ਨੇ? ਨਰਮਦਾ, ਤਾਪਤੀ, ਸਾਬਰਮਤੀ, ਮਾਹੀ ਅਤੇ ਗੰਗਾ। ਇੱਕ ਵਾਰੀ ਫੇਰ ਯਾਦ ਕਰ ਲਓ, ਨਰਮਦਾ, ਤਾਪਤੀ, ਸਾਬਰਮਤੀ, ਮਾਹੀ ਅਤੇ ਗੰਗਾ ਇਹ ਸਾਰੀਆਂ ਵੈਸਟ ਫਲੋਇੰਗ ਰਿਵਰ ਨੇ, ਠੀਕ ਹੈ। ਅਤੇ ਜਾ ਕੇ ਕਿੱਥੇ ਡਿੱਗਦੀਆਂ ਨੇ? ਅਰਬ ਸਾਗਰ ਦੇ ਵਿੱਚ, ਅਰੇਬੀਅਨ ਸੀ ਦੇ ਵਿੱਚ, ਠੀਕ ਹੈ ਜੀ। ਤਾਂ ਜਿਹੜੀਆਂ ਵੈਸਟ ਫਲੋਇੰਗ ਰਿਵਰ ਨੇ ਇਹ ਸਾਰੀਆਂ ਅਰੇਬੀਅਨ ਸੀ ਦੇ ਵਿੱਚ ਡਿੱਗਦੀਆਂ, ਅਤੇ ਜਿਹੜੀਆਂ ਆਪਣੀਆਂ ਈਸਟ ਫਲੋਇੰਗ ਨੇ ਉਹ ਸਾਰੀਆਂ ਡਿੱਗਦੀਆਂ ਬੇ ਆਫ ਬੰਗਾਲ ਦੇ ਵਿੱਚ, ਬੰਗਾਲ ਦੀ ਖਾੜੀ ਦੇ ਵਿੱਚ, ਠੀਕ ਹੈ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ, ਬਹੁਤ ਇੰਪੋਰਟੈਂਟ ਟੌਪਿਕ ਹੈ ਇਹ ਜੋਗ੍ਰਾਫੀ ਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨਰਮਦਾ ਨਦੀ ਕਿੱਥੋਂ ਨਿਕਲਦੀ ਹੈ? ਨਰਮਦਾ ਰਿਵਰ ਓਰੀਜੀਨੇਟ ਫਰੋਮ। ਨਰਮਦਾ ਦਾ ਮਤਲਬ ਓਰੀਜੀਨੇਟ ਜਿਹੜਾ ਸੈਂਟਰ ਹੈ ਉਹ ਕਿਹੜਾ ਹੈ? ਕਿੱਥੋਂ ਓਰੀਜੀਨੇਟ ਹੁੰਦੀ ਹੈ, ਕਿੱਥੋਂ ਨਿਕਲਦੀ ਹੈ, ਸਟਾਰਟ ਕਿੱਥੋਂ ਹੁੰਦੀ ਹੈ? ਹਿਮਾਲਿਆ ਚੋਂ, ਰੋਹਤਾਂਗ ਪਾਸ, ਅਮਰਕੰਟਕ ਹਿੱਲ ਜਾਂ ਮਹਾਬਲੇਸ਼ਵਰ ਪਲੇਟੂ। ਇਹੋ ਜਿਹੇ ਕੁਐਸਚਨ ਤੁਹਾਨੂੰ ਜੋਗ੍ਰਾਫੀ ਦੇ ਵਿੱਚੋਂ ਡਾਇਰੈਕਟ ਦੇਖਣ ਨੂੰ ਮਿਲ ਸਕਦੇ ਨੇ, ਕਿਉਂਕਿ ਇਹ ਜਿਹੜੇ ਨਦੀਆਂ, ਮਾਊਂਟੇਨਸ, ਮਾਰੂਥਲ ਇਹ ਬਹੁਤ ਇੰਪੋਰਟੈਂਟ ਟੌਪਿਕ ਨੇ ਜੋਗ੍ਰਾਫੀ ਦੇ। ਤਾਂ ਨਰਮਦਾ ਨਦੀ ਬਹੁਤ ਇੰਪੋਰਟੈਂਟ ਹੈ। ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਜੀ ਨਰਮਦਾ ਨਦੀ ਮਤਲਬ ਫਲੋ ਇਹਦਾ ਕਿੱਧਰ ਹੈ? ਤਾਂ ਇਹ ਵੈਸਟ ਫਲੋਇੰਗ ਰਿਵਰ ਆਪਾਂ ਪਿੱਛੇ ਕਰਕੇ ਗਏ ਹਾਂ। ਕਿੱਧਰ ਫਲੋ ਕਰਦੀ ਹੈ ਇਹ? ਵੈਸਟ ਫਲੋਇੰਗ। ਤਾਂ ਕਿੱਥੇ ਜਾ ਕੇ ਡਿੱਗਦੀ ਹੈ ਇਹ? ਅਰਬ ਸਾਗਰ ਦੇ ਵਿੱਚ, ਠੀਕ ਹੈ ਜੀ। ਅਰੇਬੀਅਨ ਸੀ ਦੇ ਵਿੱਚ ਇਹ ਜਾ ਕੇ ਡਿੱਗਦੀ ਹੈ। ਨਰਮਦਾ ਰਿਵਰ ਵੈਸਟ ਫਲੋਇੰਗ ਰਿਵਰ ਹੈ, ਪਹਿਲਾਂ ਤਾਂ ਇਹ ਯਾਦ ਰੱਖਣਾ। ਦੂਸਰਾ ਤੁਹਾਨੂੰ ਇਹਦਾ ਓਰੀਜੀਨੇਟ ਸੈਂਟਰ ਪਤਾ ਹੋਣਾ ਚਾਹੀਦਾ, ਓਰੀਜੀਨੇਟ ਕਿੱਥੋਂ ਹੁੰਦੀ ਹੈ ਇਹ, ਕਿੱਥੋਂ ਨਿਕਲਦੀ ਹੈ, ਸਟਾਰਟ ਕਿੱਥੋਂ ਹੁੰਦੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਅਮਰਕੰਟਕ ਦੀਆਂ ਪਹਾੜੀਆਂ 'ਚੋਂ ਸਟਾਰਟ ਹੁੰਦੀ ਹੈ ਇਹ। ਅਮਰਕੰਟਕ ਦੀਆਂ ਪਹਾੜੀਆਂ 'ਚੋਂ ਸਟਾਰਟ ਹੁੰਦੀ ਹੈ ਨਰਮਦਾ ਰਿਵਰ। ਅਤੇ ਅਮਰਕੰਟਕ ਦੀਆਂ ਪਹਾੜੀਆਂ ਕਿੱਥੇ ਨੇ? ਮੱਧ ਪ੍ਰਦੇਸ਼ ਦੇ ਵਿੱਚ, MP ਦੇ ਵਿੱਚ ਜਿਹੜੀਆਂ ਅਮਰਕੰਟਕ ਦੀਆਂ ਪਹਾੜੀਆਂ ਨੇ ਉੱਥੋਂ ਆਪਣੀ ਨਰਮਦਾ ਰਿਵਰ ਨਿਕਲਦੀ ਹੈ, ਉੱਥੋਂ ਸਟਾਰਟ ਹੁੰਦੀ ਹੈ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ MP ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕ੍ਰਿਸ਼ਨਾ ਨਦੀ ਕਿੱਥੋਂ ਨਿਕਲਦੀ ਹੈ? ਕ੍ਰਿਸ਼ਨਾ ਰਿਵਰ ਓਰੀਜੀਨੇਟਸ ਫਰੋਮ। ਇਹ ਨਹੀਂ ਹੈਗਾ ਕਿ ਆਪਾਂ ਸਾਰੀਆਂ ਨਦੀਆਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ। ਜਿਹੜੀਆਂ ਨਦੀਆਂ 'ਤੇ ਕੁਐਸਚਨ ਬਣਦੇ ਨੇ ਅਤੇ ਬਣਨ ਦੀ ਪੂਰੀ ਸੰਭਾਵਨਾ, ਸਿਰਫ ਆਪਾਂ ਉਹ ਨਦੀਆਂ ਕਵਰ ਕਰਾਂਗੇ, ਠੀਕ ਹੈ ਜੀ। ਕ੍ਰਿਸ਼ਨਾ ਰਿਵਰ ਓਰੀਜੀਨੇਟ ਫਰੋਮ ਅਮਰਕੰਟਕ ਹਿਲਸ, ਮਹਾਬਲੇਸ਼ਵਰ ਪਲੇਟੂ, ਪੀਰ ਪੰਜਾਲ ਜਾਂ ਹਿਮਾਲਿਆ। ਤਾਂ ਜਿਹੜੀ ਕ੍ਰਿਸ਼ਨਾ ਰਿਵਰ ਹੈ ਇਹ ਮਤਲਬ ਇਹਦਾ ਫਲੋ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਫਲੋ ਕਿੱਧਰ ਹੈ ਇਹਦਾ? ਤਾਂ ਇਹ ਈਸਟ ਫਲੋਇੰਗ ਰਿਵਰ ਹੈ ਅਤੇ ਇਹ ਬੇ ਆਫ ਬੰਗਾਲ ਦੇ ਵਿੱਚ ਜਾ ਕੇ ਡਿੱਗਦੀ ਹੈ, ਠੀਕ ਹੈ ਜੀ। ਕ੍ਰਿਸ਼ਨਾ ਰਿਵਰ ਹੈ ਜਿਹੜੀ, ਤਾਂ ਇਹ ਸਟਾਰਟ ਕਿੱਥੋਂ ਹੁੰਦੀ ਹੈ, ਓਰੀਜੀਨੇਟ ਕਿੱਥੋਂ ਹੁੰਦੀ ਹੈ? ਅਮਰਕੰਟਕ ਤਾਂ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ। ਅਮਰਕੰਟਕ ਦੀਆਂ ਪਹਾੜੀਆਂ ਜਿਹੜੀਆਂ ਮੱਧ ਪ੍ਰਦੇਸ਼ ਦੇ ਵਿੱਚ ਨੇ, ਜਿੱਥੋਂ ਆਪਣੀ ਕਿਹੜੀ ਨਦੀ ਨਿਕਲਦੀ ਹੈ? ਨਰਮਦਾ ਨਦੀ ਨਿਕਲਦੀ ਹੈ, ਠੀਕ ਹੈ ਜੀ। ਤਾਂ ਬਟ ਕ੍ਰਿਸ਼ਨਾ ਨਦੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਮਹਾਬਲੇਸ਼ਵਰ ਪਲੇਟੂ, ਠੀਕ ਹੈ। ਮਹਾਬਲੇਸ਼ਵਰ ਪਲੇਟੂ ਦੇ ਵਿੱਚੋਂ ਜਿਹੜੀ ਆਪਣੀ ਕ੍ਰਿਸ਼ਨਾ ਨਦੀ ਨਿਕਲਦੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਅਤੇ ਮਹਾਬਲੇਸ਼ਵਰ ਪਲੇਟੂ ਹੈ ਕਿੱਥੇ ਹੈ? ਇਹ ਮਹਾਰਾਸ਼ਟਰ ਦੇ ਵਿੱਚ ਹੈ, ਠੀਕ ਹੈ ਜੀ। ਨਾਲ ਆਪਾਂ ਤੁਹਾਨੂੰ ਜਿੰਨਾ ਡੀਪਲੀ ਹੋ ਸਕੂ ਓਨਾ ਕਰਵਾਵਾਂਗੇ, ਠੀਕ ਹੈ। ਤਾਂ ਤੁਸੀਂ ਵਧੀਆ ਤਰੀਕੇ ਨਾਲ ਰਿਵਾਈਜ਼ ਕਰਦੇ ਜਾਇਓ। ਤਾਂ ਮਹਾਬਲੇਸ਼ਵਰ ਪਲੇਟੂ 'ਚ ਆਪਣੀ ਕ੍ਰਿਸ਼ਨਾ ਨਦੀ ਹੈ ਜਿਹੜੀ ਉਹ ਓਰੀਜੀਨੇਟ ਹੁੰਦੀ ਹੈ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੋਸਟ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ, ਜਿਹੜਾ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ ਹੈ। ਗੰਗਾ ਨਦੀ ਕਿੱਥੋਂ ਨਿਕਲਦੀ ਹੈ? ਗੰਗਾ ਰਿਵਰ ਇਜ਼ ਓਰੀਜੀਨੇਟ ਫਰੋਮ ਗੰਗੋਤਰੀ ਗਲੇਸ਼ੀਅਰ, ਹਿਮਾਲਿਆ, ਬ੍ਰਹਮਪੁੱਤਰ ਜਾਂ ਸਿਆਚਿਨ ਗਲੇਸ਼ੀਅਰ। ਗੰਗਾ ਨਦੀ ਦੀ ਜਿਹੜੀ ਲੰਬਾਈ ਹੈ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, 2525 ਮੀਟਰ ਇਹਦੀ ਲੰਬਾਈ ਹੈ, ਠੀਕ ਹੈ ਜੀ। ਗੰਗਾ ਨਦੀ ਦੀ ਸਭ ਤੋਂ ਲੰਬੀ ਨਦੀ ਆਪਣੀ ਇੰਡੀਆ ਦੀ, ਠੀਕ ਹੈ ਜੀ। ਇੰਡੀਆ ਦੀ ਸਭ ਤੋਂ ਲੰਬੀ ਨਦੀ ਹੈ ਜਿਹੜੀ ਉਹ ਆਪਣੀ ਗੰਗਾ ਨਦੀ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਤਾਂ ਇਹ ਓਰੀਜੀਨੇਟ ਕਿੱਥੋਂ ਹੁੰਦੀ ਹੈ? ਕਿੱਥੋਂ ਇਹ ਸਟਾਰਟ ਹੁੰਦੀ ਹੈ ਆਪਣੀ ਗੰਗਾ ਨਦੀ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਗੰਗੋਤਰੀ ਗਲੇਸ਼ੀਅਰ, ਠੀਕ ਹੈ। ਤਾਂ ਇਹ ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹੁੰਦਾ, ਜਿਹੜਾ ਆਪਾਂ ਨੂੰ ਆਪਸ਼ਨ ਦੇ ਵਿੱਚ ਜਿਹੜੀ ਚੀਜ਼ ਆਪਾਂ ਨੂੰ ਦਿੱਤੀ ਹੁੰਦੀ ਹੈ ਤਾਂ ਆਪਾਂ ਉਹ 'ਤੇ ਟਿਕ ਕਰਨਾ ਹੁੰਦਾ, ਠੀਕ ਹੈ।
ਤਾਂ ਬਟ ਜੇ ਤੁਹਾਨੂੰ ਇਹਦਾ ऑफिशियली ਤੁਹਾਨੂੰ ਪੁੱਛਿਆ ਜਾਵੇ ਕਿ ऑफिशियली ਇਹ ਕਿੱਥੋਂ ਸਟਾਰਟ ਹੁੰਦੀ ਹੈ, ਤਾਂ ਮੈਂ ਨੀਚੇ ਇਹ ਚੀਜ਼ ਸਾਰੀ ਡਿਟੇਲ ਦੇ ਵਿੱਚ ਲਿਖੀ ਹੋਈ ਹੈ। ਵੈਨ ਗੰਗੋਤਰੀ ਗਲੇਸ਼ੀਅਰ ਇਜ਼ ਮੈਲਟ ਅਲਕਨੰਦਾ ਐਂਡ ਭਾਗੀਰਥੀ ਰਿਵਰ ਫਾਰਮਸ। ਜਦੋਂ ਜਿਹੜਾ ਗੰਗੋਤਰੀ ਗਲੇਸ਼ੀਅਰ ਹੈ ਜਦੋਂ ਇਹ ਪਿਘਲਦਾ ਹੈ ਤਾਂ ਦੋ ਨਦੀਆਂ ਇਹਦੇ ਵਿੱਚੋਂ ਨਿਕਲਦੀਆਂ, ਇੱਕ ਤਾਂ ਨਿਕਲਦੀ ਹੈ ਅਲਕਨੰਦਾ, ਇੱਕ ਨਿਕਲਦੀ ਹੈ ਭਾਗੀਰਥੀ। ਤਾਂ ਇਹ ਦੋਨੇ ਨਦੀਆਂ ਅਲੱਗ-ਅਲੱਗ ਹੋ ਜਾਂਦੀਆਂ ਉੱਥੋਂ। ਦੀਜ਼ ਰਿਵਰ ਜੁਆਇਨ ਐਟ ਦੇਵ ਪ੍ਰਯਾਗ। ਤਾਂ ਦੇਵ ਪ੍ਰਯਾਗ ਦੇ ਵਿੱਚ ਜਾ ਕੇ ਇਹ ਦੋਨੇ ਨਦੀਆਂ ਇੱਕ ਦੂਸਰੇ ਦੇ ਵਿੱਚ ਜਾ ਕੇ ਮਿਲ ਜਾਂਦੀਆਂ ਨੇ। ऑफिशियली ਦੇ ਫਾਰਮ ਗੰਗਾ ਰਿਵਰ। ਤਾਂ ਦੇਵ ਪ੍ਰਯਾਗ ਇੱਕ ਸ਼ਹਿਰ ਹੈ, ਜਦੋਂ ਆਪਾਂ ਹੇਮਕੁੰਟ ਵੱਲ ਜਾਂਦੇ ਹਾਂ ਨਾ ਤਾਂ ਰਾਹ ਦੇ ਵਿੱਚ ਇਹ ਸ਼ਹਿਰ ਆਉਂਦਾ ਦੇਵ ਪ੍ਰਯਾਗ, ਠੀਕ ਹੈ। ਇੱਥੇ ਇੱਕ ਵਿਊ ਪੁਆਇੰਟ ਵੀ ਬਣਿਆ ਹੋਇਆ ਜਿੱਥੇ ਅਲਕਨੰਦਾ ਅਤੇ ਭਾਗੀਰਥੀ ਦੋਨੇ ਆ ਕੇ ਮਿਲਦੀਆਂ ਨੇ। ਤਾਂ ਜਦੋਂ ਦੋਨੇ ਨਦੀਆਂ ਇਹ ਆ ਕੇ ਮਿਲ ਜਾਂਦੀਆਂ ਤਾਂ ਉੱਥੋਂ ਇੱਕ ਨਦੀ ਬਣ ਜਾਂਦੀ ਹੈ ਇਹਨਾਂ ਦੀ। ਤਾਂ ਉਹ ਜਿਹੜੀ ਇੱਕ ਨਦੀ ਨਿਕਲਦੀ ਹੈ ਇਹਦੇ ਵਿੱਚੋਂ ਤਾਂ ਉਹ ਗੰਗਾ ਨਦੀ ਹੈ ਆਪਣੀ, ਠੀਕ ਹੈ। ਤਾਂ ਜੇ ऑफिशियली ਪੁੱਛਿਆ ਜਾਵੇ ਤਾਂ ਜੇ ਤੁਹਾਨੂੰ ਆਪਸ਼ਨ ਦੇ ਵਿੱਚ ਇਹ ਆਵੇ ਕਿ ਅਲਕਨੰਦਾ ਅਤੇ ਭਾਗੀਰਥੀ ਨਦੀਆਂ ਕਿਹੜੀ ਨਦੀ ਮਤਲਬ ਫਾਰਮ ਕਰਦੀਆਂ, ਤਾਂ ਇਹ ਗੰਗਾ ਨਦੀ ਫਾਰਮ ਕਰਦੀਆਂ, ਠੀਕ ਹੈ। ਬਟ ਜੇ ਤੁਹਾਨੂੰ ਆਪਸ਼ਨ ਦੇ ਵਿੱਚ ਇੱਥੇ ਗੰਗੋਤਰੀ ਗਲੇਸ਼ੀਅਰ ਦਿੱਤਾ ਗਿਆ ਤਾਂ ਇੱਥੇ ਆਪਣਾ ਆਨਸਰ ਜਿਹੜਾ ਆਊਗਾ ਉਹ ਆਊਗਾ ਗੰਗੋਤਰੀ ਗਲੇਸ਼ੀਅਰ। ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹੁੰਦਾ, ਠੀਕ ਹੈ ਜੀ। ਇੱਥੇ ਆਪਣੀ ਕਾਮਨ ਸੈਂਸ ਕੰਮ ਕਰਦੀ ਹੈ, ਠੀਕ ਹੈ। ਇਹ ਨਹੀਂ ਹੈਗਾ ਕਿ ਆਪਾਂ ਇੱਥੇ ਮਤਲਬ ਜੇ ਇੱਥੇ ਇਹ ਨਹੀਂ ਦਿੱਤਾ ਕਿ ਅਲਕਨੰਦਾ ਭਾਗੀਰਥੀ ਹੈ ਨਾ, ਤਾਂ ਆਪਾਂ ਅਲਕਨੰਦਾ ਭਾਗੀਰਥੀ ਵਾਲਾ ਹੀ ਆਪਸ਼ਨ ਲਾਉਣਾ ਹੈ। ਤਾਂ ਜੇ ਉਹ ਆਪਸ਼ਨ ਹੀ ਨਹੀਂ ਹੈਗਾ ਤਾਂ ਆਪਾਂ ਇਹ ਗੰਗੋਤਰੀ ਗਲੇਸ਼ੀਅਰ ਲਾਵਾਂਗੇ, ਠੀਕ ਹੈ। ਤਾਂ ਗੰਗੋਤਰੀ ਗਲੇਸ਼ੀਅਰ ਇੱਥੇ ਸਹੀ ਆਨਸਰ ਹੋਊਗਾ, ਠੀਕ ਹੈ। ਤਾਂ ਇਸ ਤੋਂ ਬਾਅਦ ਗੰਗੋਤਰੀ ਗਲੇਸ਼ੀਅਰ ਪਿਘਲਣ ਤੋਂ ਬਾਅਦ ਇਹ ਦੋ ਨਦੀਆਂ ਬਣਦੀਆਂ ਅਤੇ ਦੇਵ ਪ੍ਰਯਾਗ ਦੇ ਵਿੱਚ ਇਹ ਜਾ ਕੇ ਦੋਨੇ ਨਦੀਆਂ ਇੱਕ ਦੂਸਰੇ ਨੂੰ ਜੁਆਇਨ ਕਰ ਲੈਂਦੀਆਂ ਅਤੇ ਉੱਥੋਂ ਆਪਣੀ ਗੰਗਾ ਨਦੀ ਨਿਕਲਦੀ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ ਕਿਹੜੀਆਂ ਦੋ ਨਦੀਆਂ ਮਿਲ ਕੇ ਗੰਗਾ ਨਦੀ ਬਣਾਉਂਦੀਆਂ। ਹਾਂ, ਇਹ ਕੁਐਸਚਨ ਮੈਂ ਜਾਣਬੁੱਝ ਕੇ ਰੱਖਿਆ ਤੁਹਾਡੀ ਕਨਫਿਊਜ਼ਨ ਦੂਰ ਕਰਨ ਦੇ ਲਈ ਕਿ ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹੁੰਦਾ, ਠੀਕ ਹੈ ਜੀ। ਵਿਚ ਟੂ ਰਿਵਰ ਮੀਟ ਐਂਡ ਦੇ ਫਾਰਮਸ ਗੰਗਾ ਰਿਵਰ। ਅਲਕਨੰਦਾ ਅਤੇ ਭਾਗੀਰਥੀ, ਕ੍ਰਿਸ਼ਨਾ ਕਾਵੇਰੀ, ਭਾਗੀਰਥੀ ਅਤੇ ਮੰਦਾਕਿਨੀ ਜਾਂ ਬ੍ਰਹਮਪੁੱਤਰ ਅਤੇ ਅਲਕਨੰਦਾ। ਤਾਂ ਜੇ ਤੁਹਾਨੂੰ ਇਹੋ ਜਿਹਾ ਕੁਐਸਚਨ ਆਵੇ ਤਾਂ ਆਪਾਂ ਉਸ ਅਕੋਰਡਿੰਗ ਆਪਸ਼ਨ ਲਾਵਾਂਗੇ। ਜੇ ਤੁਹਾਨੂੰ ਜਿਹੜਾ ਆਪਣਾ ਪਿਛਲਾ ਕੁਐਸਚਨ ਸੀ ਉਹਦੇ ਅਕੋਰਡਿੰਗ ਆਵੇ ਤਾਂ ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹਮੇਸ਼ਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਅਲਕਨੰਦਾ ਅਤੇ ਭਾਗੀਰਥੀ। ਮੈਂ ਤੁਹਾਨੂੰ ਪਹਿਲਾਂ ਵੀ ਪਿਛਲੇ ਕੁਐਸਚਨ ਦੇ ਵਿੱਚ ਕਰਵਾ ਕੇ ਗਿਆ ਕਿ ਗੰਗੋਤਰੀ ਗਲੇਸ਼ੀਅਰ ਪਿਘਲਦਾ, ਦੋ ਨਦੀਆਂ ਨਿਕਲਦੀਆਂ ਨੇ, ਉੱਥੋਂ ਇਹ ਅਲੱਗ-ਅਲੱਗ ਨੇ ਬਟ ਦੇਵ ਪ੍ਰਯਾਗ ਦੇ ਵਿੱਚ ਇਹ ਜਾ ਕੇ ਇੱਕ ਦੂਸਰੇ ਨੂੰ ਜੁਆਇਨ ਕਰ ਲੈਂਦੀਆਂ। ਉੱਥੋਂ ਜਿਹੜੀ ਨਦੀ ਇਹਨਾਂ ਦੇ ਦੋਨਾਂ ਦੇ ਜੁਆਇਨ ਕਰਨ ਦੇ ਨਾਲ ਬਣਦੀ ਹੈ ਉਹ ਆਪਣੀ ਹੈ ਗੰਗਾ ਨਦੀ, ਠੀਕ ਹੈ। ਜੇ ਤੁਹਾਨੂੰ ਸ਼ਹਿਰ ਪੁੱਛ ਲਏ ਤਾਂ ਉਹ ਕਿਹੜਾ ਸ਼ਹਿਰ ਹੈ? ਦੇਵ ਪ੍ਰਯਾਗ, ਠੀਕ ਹੈ। ਦੇਵ ਪ੍ਰਯਾਗ ਜਦੋਂ ਆਪਾਂ ਹੇਮਕੁੰਟ ਸਾਹਿਬ ਵੱਲ ਜਾਂਦੇ ਹਾਂ ਤਾਂ ਉੱਥੇ ਰਾਹ ਦੇ ਵਿੱਚ ਇਹ ਸ਼ਹਿਰ ਆਉਂਦਾ ਦੇਵ ਪ੍ਰਯਾਗ। ਉੱਥੇ ਇਹ ਬਹੁਤ ਵਧੀਆ ਵਿਊ ਪੁਆਇੰਟ ਬਣਿਆ ਹੋਇਆ ਜਿੱਥੇ ਅਲਕਨੰਦਾ ਅਤੇ ਭਾਗੀਰਥੀ ਦੋਨੇ ਨਦੀਆਂ ਇੱਕ ਦੂਸਰੇ ਨੂੰ ਜੁਆਇਨ ਕਰਦੀਆਂ, ਉੱਥੋਂ ਆਪਣੀ ਗੰਗਾ ਨਦੀ ਨਿਕਲਦੀ ਹੈ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਨੇ ਸਾਰੇ। ਤਾਂ ਇਹਨੂੰ 2-3 ਵਾਰ ਇਹਨੂੰ ਕਲਾਸ ਨੂੰ ਤੁਸੀਂ ਰਿਵਾਈਜ਼ ਕਰ ਲਿਓ, ਨੋਟਸ ਆਪਣੇ ਬਣਾ ਲਓ, ਠੀਕ ਹੈ। ਇਹਨਾਂ ਦੇ ਵਿੱਚੋਂ ਇੱਕ ਵੀ ਕੁਐਸਚਨ ਤੁਹਾਨੂੰ ਦੇਖਣ ਨੂੰ ਆਪਣੇ ਜੋਗਰਾਫੀ ਦੇ ਕੁਐਸਚਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਠੀਕ ਹੈ। ਕਿਉਂਕਿ ਇਹ ਕੁਐਸਚਨ ਸਾਰੇ ਸਿਲੈਕਟਡ ਕੁਐਸਚਨ ਨੇ, ਮੈਂ ਬਹੁਤ ਰਿਸਰਚ ਕਰਕੇ ਬਹੁਤ ਮਿਹਨਤ ਕਰਕੇ ਤੁਹਾਡੇ ਅੱਗੇ ਕੁਐਸਚਨ ਇਹ ਰੱਖੇ ਨੇ, ਠੀਕ ਹੈ ਜੀ। ਤਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ। ਮੈਰਾਥਨ ਕਲਾਸਿਸ ਵੀ ਆਪਾਂ ਰੈਡੀ ਕੀਤੀਆਂ ਹੋਈਆਂ ਨੇ, ਬਸ ਕੁਛ ਦਿਨਾਂ ਦੇ ਵਿੱਚ ਆਪਾਂ ਉਹ ਅਪਲੋਡ ਕਰ ਦੇਣੀਆਂ ਨੇ, ਉਹ ਵੀ ਤੁਹਾਨੂੰ ਬਹੁਤ ਫਾਇਦਾ ਦੇਣੀਆਂ, ਠੀਕ ਹੈ। ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ। ਤਾਂ ਅੱਜ ਦੀ ਵੀਡੀਓ ਆਪਣੀ ਐਂਡ ਹੋ ਗਈ, ਠੀਕ ਹੈ ਜੀ। ਤਾਂ ਵੀਡੀਓ ਨੂੰ 2-3 ਵਾਰ ਇਹਨੂੰ ਰਿਵਾਈਜ਼ ਕਰ ਲਿਓ, ਫਿਰ ਤੁਹਾਡੇ ਜਿਹੜੇ ਕੁਐਸਚਨ ਹੈ ਉਹ ਚੰਗੀ ਤਰ੍ਹਾਂ ਯਾਦ ਹੋਣਗੇ ਅਤੇ ਸਾਰੇ ਕੁਐਸਚਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ।